ਅੱਜ ਜੋ ਵਿਸਾਖ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ, ਖਾਲਸੇ ਦਾ ਪ੍ਰਗਟ ਦਿਹਾੜਾ ਹੈ। ਇਸ ਸੰਬੰਧ ਵਿੱਚ ਆਪਾਂ ਕੁਝ ਕੁ ਸਮਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਕੁਝ ਕੁ ਵਿਸਾਖ ਮਹੀਨੇ ਦੀ ਸੰਗਰਾਂਦ ਦੇ ਸੰਬੰਧ ਵਿੱਚ ਕੁਝ ਕੁ ਵਿਚਾਰਾਂ ਦੀ ਸਾਂਝ ਪਾਵਾਂਗੇ ਆਪਾਂ। ਸਿੱਖ ਦੀ ਸਾਜਨਾ ਅਤੇ ਖਾਲਸੇ ਦਾ ਪ੍ਰਗਟ ਹੋਣਾ। ਸੋ ਜੇ ਆਪਾਂ ਸਾਰਾ ਵਿਸਥਾਰ ਕਰਾਂਗੇ ਤਾਂ ਗੁਰੂ ਪਿਆਰਿਓ ਸਮਾਂ ਬਹੁਤ ਲੱਗੇਗਾ, ਪਰ ਆਪਾਂ ਕੁਝ ਕੁ ਪੰਗਤੀਆਂ 2-4 ਮਿੰਟ ਪਹਿਲਾਂ ਵਿਸਾਖ ਦੇ ਮਹੀਨੇ ਦੀ ਸੰਗਰਾਂਦ ਦੇ ਸੰਬੰਧ ਵਿੱਚ ਵਿਚਾਰ ਕਰਾਂਗੇ। ਫਿਰ ਉਸ ਤੋਂ ਬਾਅਦ ਕਿ ਸਿੱਖ ਨੂੰ ਸਾਜਨਾ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਵੇਲੇ ਤੋਂ ਹੋਈ ਸੀ, ਪਰ ਪ੍ਰਗਟ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਆ ਕੇ ਖਾਲਸਾ ਪ੍ਰਗਟ ਹੋਇਆ। ਇਸ ਸੰਬੰਧ ਵਿੱਚ ਆਪਾਂ ਵਿਚਾਰ ਕਰਾਂਗੇ। ਸੋ ਵਿਚਾਰ ਕਰਨ ਤੋਂ ਪਹਿਲਾਂ ਸਾਰੇ ਫਤਿਹ ਦੀ ਸਾਂਝ ਪਾਈਏ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 12 ਮਾਹ ਗੁਰਬਾਣੀ ਦੇ ਵਿੱਚ ਕਿਰਪਾ ਕਰਦੇ ਹਨ। ਵੈਸਾਖ ਧੀਰਨ ਕਿਉ ਵਾਢੀਆਂ, ਜਿਨ੍ਹਾਂ ਪ੍ਰੇਮ ਵਿਛੋ, ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ। ਪੁੱਤਰ ਕਲੱਤਰ ਨਾ ਸੰਗਤ ਨਾ, ਹਰ ਅਵਨਾਸੀਓ, ਪਲਚ ਪਲਚ ਸਗਲੀ ਮੋਈ, ਝੂਠੈ ਧੰਦੈ ਮੋਹ। ਇਕਸ ਹਰ ਕੇ ਨਾਮ ਬਹਿਣ, ਅੱਗੇ ਲਈਐ ਖੋਹ। ਦਇਓ ਵਿਸਾਰ ਵਗੁਚਨਾ, ਪ੍ਰਭ ਬਿਨ ਅਵਰ ਨਾ ਕੋਏ। ਪ੍ਰੀਤਮ ਚਰਨੀ ਜੋ ਲੱਗੇ, ਤਿਨ ਕੀ ਨਿਰਮਲ ਸੋਏ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰ ਸੋਏ। ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ। ਵੈਸਾਖ ਸੁਹਾਵਾ ਤਾਂ ਲੱਗੈ, ਵੈਸਾਖ ਤਾਂ ਹੀ ਸੋਹਣਾ ਲੱਗੇਗਾ। ਪਾਤਸ਼ਾਹ ਕਹਿੰਦੇ ਕਿ ਭਾਈ ਜੋ ਪਹਿਲੀ ਪੰਕਤੀ ਸਤਿਗੁਰੂ ਪਾਤਸ਼ਾਹ ਵਿਸਾਖ ਦੇ ਮਹੀਨੇ ਦੀ ਆਰੰਭਤਾ ਕਰਦੇ ਹਨ ਕਿ ਵੈਸਾਖ ਧੀਰਨ ਕਿਉ ਵਾਢੀਆਂ, ਜਿਨ੍ਹਾਂ ਪ੍ਰੇਮ ਵਿਛੋ। ਸਤਿਗੁਰੂ ਕਹਿੰਦੇ ਵਿਸਾਖ ਦੇ ਮਹੀਨੇ ਵਿੱਚ ਉਹਨਾਂ ਨੂੰ ਧੀਰਜ ਕਿਵੇਂ ਆਵੇ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੀ ਹੋਂਦ ਨਹੀਂ, ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੀ ਯਾਦ ਨਹੀਂ। ਜੋ ਪ੍ਰਮਾਤਮਾ ਪਰਮੇਸ਼ਵਰ ਨੂੰ, ਸ੍ਰਿਸ਼ਟੀ ਸਾਜਣ ਵਾਲੇ ਨੂੰ, ਜਿਸ ਨੇ ਬੰਦੇ ਨੂੰ ਬਣਾਇਆ, ਮਨੁੱਖ ਨੂੰ ਬਣਾਇਆ, ਜੇ ਉਸ ਨੂੰ ਅੰਦਰ ਵਸਾਇਆ ਹੀ ਨਹੀਂ, ਉਹਨੂੰ ਯਾਦ ਨਾ ਕੀਤਾ, ਪਾਤਸ਼ਾਹ ਕਹਿੰਦੇ ਫਿਰ ਇਹਨੂੰ ਧੀਰਜ ਕਿੱਥੇ ਆਵੇ, ਇਸ ਨੂੰ ਸੁੱਖ ਕਿੱਥੋਂ। ਵੈਸਾਖ ਧੀਰਨ ਕਿਉ ਵਾਢੀਆਂ, ਜਿਨ੍ਹਾਂ ਪ੍ਰੇਮ ਵਿਛੋਹ। ਸਾਹਿਬ ਕਹਿੰਦੇ ਉਹਨਾਂ ਦਾ ਅੰਦਰ ਇਸ ਕਰਕੇ ਭਟਕਦਾ ਹੈ ਕਿ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ। ਜਿਨ੍ਹਾਂ ਨੇ ਵਿਸਾਖ ਦੇ ਮਹੀਨੇ ਵਿੱਚ ਪਾਤਸ਼ਾਹ ਕਹਿੰਦੇ ਕਿ ਉਸ ਪਰਮੇਸ਼ਵਰ ਨੂੰ ਯਾਦ ਵੀ ਨਹੀਂ ਕੀਤਾ, ਜਿਸ ਨੇ ਇੰਨਾ ਰਿਜ਼ਕ ਦਿੱਤਾ, ਇੰਨੀ ਮਿਹਨਤ ਦਿੱਤੀ, ਇੰਨੀ ਕਮਾਈ ਦਿੱਤੀ, ਸੋਹਣਾ ਮਨੁੱਖਾ ਦੇਵਤਿਆਂ ਵਰਗਾ ਸਰੀਰ ਦਿੱਤਾ, ਸੋਝੀ ਦਿੱਤੀ। ਸਤਿਗੁਰੂ ਕਹਿੰਦੇ ਜੇਕਰ ਉਹਨੂੰ ਆਪਣੇ ਅੰਦਰ ਵਸਾਇਆ ਨਹੀਂ, ਉਹਨੂੰ ਯਾਦ ਨਾ ਕੀਤਾ, ਤਾਂ ਸਤਿਗੁਰੂ ਕਹਿੰਦੇ ਭਾਈ ਫਿਰ ਤੇਰੇ ਵਾਸਤੇ ਇਹ ਜੋ ਵਿਸਾਖ ਦਾ ਮਹੀਨਾ ਹੈ ਇਹ ਵੀ ਤੈਨੂੰ ਦੁੱਖ ਦੇਵੇਗਾ, ਕਿਉਂਕਿ ਬਿਨਾਂ ਪ੍ਰਮਾਤਮਾ ਦੀ ਯਾਦ ਤੋਂ ਜੋ ਅੰਦਰ ਨੂੰ ਟਿਕਾ ਨਹੀਂ ਅਤੇ ਸ਼ਾਂਤੀ ਨਹੀਂ। ਸੋ ਇੱਕ ਬਚਨ ਆਉਂਦਾ ਹੈ, ਕਹਿੰਦੇ ਕਿ ਇੱਕ ਵਾਰ ਜੋ ਬਚਨ ਚੱਲ ਰਿਹਾ, ਵੈਸਾਖ ਧੀਰਨ ਕਿਉ ਵਾਢੀਆਂ, ਜਿਨ੍ਹਾਂ ਪ੍ਰੇਮ ਵਿਛੋ। ਕਹਿੰਦੇ ਇੱਕ ਵਾਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੁਝ ਸਿੱਖਾਂ ਦੇ ਨਾਲ ਜੋ ਸੈਰ ਕਰਦੇ ਜਾ ਰਹੇ, ਤੁਰੇ ਜਾ ਰਹੇ ਹਨ।
ਸਤਿਗੁਰਾਂ ਨੇ ਜਾਂਦਿਆਂ ਜਾਂਦਿਆਂ ਕਹਿੰਦੇ ਇੱਕ ਪੱਥਰ ਚੁੱਕ ਕੇ ਪਾਣੀ ਵਿੱਚ ਸੁੱਟ ਦਿੱਤਾ ਤੇ ਸਿੰਘ ਤੋਂ ਪੁੱਛਿਆ ਕਿ ਭਾਈ ਪੱਥਰ ਕਿਉਂ ਡੁੱਬ ਗਿਆ। ਤਾਂ ਕਿਹਾ ਕਿ ਮਹਾਰਾਜ ਪੱਥਰ ਭਾਰਾ ਹੁੰਦਾ ਹੈ, ਪਾਣੀ ਦਾ ਸੁਭਾਅ ਹੈ ਡੁੱਬਣਾ, ਇਸ ਕਰਕੇ ਪੱਥਰ ਡੁੱਬ ਗਿਆ। ਸਤਿਗੁਰੂ ਕੁਝ ਦੂਰ ਗਏ, ਫਿਰ ਚੱਕ ਕੇ ਪੱਥਰ ਚੱਕਿਆ ਤੇ ਚੱਕ ਕੇ ਪਾਣੀ ਵਿੱਚ ਸੁੱਟ ਦਿੱਤਾ। ਫਿਰ ਦੂਜੇ ਸਿੱਖ ਤੋਂ ਪੁੱਛਿਆ ਕਿ ਪੱਥਰ ਕਿਉਂ ਡੁੱਬ ਗਿਆ। ਉਹਦਾ ਵੀ ਉਹੀ ਜਵਾਬ ਸੀ ਕਿ ਮਹਾਰਾਜ ਪੱਥਰ ਭਾਰਾ ਹੁੰਦਾ, ਪਾਣੀ ਦਾ ਸੁਭਾਅ ਹੈ ਡੁੱਬਣਾ। ਉਸਨੇ ਡੁੱਬ ਦਿੱਤਾ। ਇਸ ਤਰ੍ਹਾਂ ਕਰਕੇ 2-4 ਵਾਰ ਇਹ ਕੌਤਕ ਕਰਨ ਤੋਂ ਬਾਅਦ ਕਹਿੰਦੇ ਕਿ ਭਾਈ ਨੰਦ ਲਾਲ ਜੀ ਨੂੰ ਪੁੱਛਿਆ ਕਿ ਭਾਈ ਨੰਦ ਲਾਲ ਤੂੰ ਦੱਸ ਕਿ ਜੋ ਅਸੀਂ ਪੱਥਰ ਸੁੱਟਿਆ ਹੈ ਪਾਣੀ ਵਿੱਚ ਡੁੱਬ ਕਿਉਂ ਗਿਆ। ਤਾਂ ਕਹਿੰਦੇ ਕਿ ਭਾਈ ਨੰਦ ਲਾਲ ਜੀ ਨੇ ਕਿਹਾ ਕਿ ਮਹਾਰਾਜ ਬਹੁਤਾ ਕੁਝ ਤਾਂ ਮੈਂ ਨਹੀਂ ਜਾਣਦਾ, ਪਰ ਇੰਨਾ ਕੁ ਮੈਂ ਜ਼ਰੂਰ ਕਹਿ ਸਕਦਾ ਹਾਂ ਕਿ ਜੋ ਤੇਰੇ ਹੱਥ ਵਿੱਚ ਹੈ ਉਹ ਸੁਰੱਖਿਅਤ ਹੈ, ਜੋ ਤੇਰੇ ਹੱਥ ਵਿੱਚੋਂ ਛੁੱਟ ਗਿਆ, ਜੋ ਤੇਰੇ ਹੱਥ ਵਿੱਚੋਂ ਨਿਕਲ ਗਿਆ ਉਹ ਡੁੱਬ ਗਿਆ। ਜਿਸ ਨੂੰ ਤੂੰ ਪਕੜ ਕੇ ਰੱਖਿਆ ਹੈ ਉਹ ਸੁਰੱਖਿਅਤ ਹੈ, ਔਰ ਜਿਸ ਨੂੰ ਤੂੰ ਛੱਡ ਦੇਵੇਂ ਉਹ ਡੁੱਬ ਜਾਂਦਾ ਹੈ। ਮੈਂ ਤਾਂ ਇੰਨਾ ਕੀ ਜਾਣਦਾ ਹਾਂ। ਸੋ ਗੁਰੂ ਪਿਆਰਿਓ, ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਵੀ ਜੋ ਆਪਾਂ ਬਚਨ ਪੜ੍ਹਿਆ, ਵੈਸਾਖ ਧੀਰਨ ਕਿਉ ਵਾਢੀਆਂ ਜਿਨ੍ਹਾਂ ਪ੍ਰੇਮ ਵਿਛੋਹ, ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ। ਉਸ ਨੂੰ ਵਿਸਾਰ ਕੇ ਭਾਈ ਜੋ ਪਰਮੇਸ਼ਵਰ ਦੀ ਨਿਗਾਹ ਦੇ ਵਿੱਚੋਂ ਬਾਹਰ ਹੋ ਗਿਆ ਉਹ ਇੱਕ ਦਿਨ ਡੁੱਬਦਾ ਹੈ। ਸੋ ਇਸ ਤਰ੍ਹਾਂ ਕਰਕੇ ਜੋ ਆਪਾਂ ਬਾਲਾ ਵਿਸਥਾਰ ਨਾ ਲਈਏ ਵਿਸਾਖ ਮਹੀਨੇ ਦਾ, ਸੋ ਜੋ ਅੱਜ ਖਾਲਸੇ ਦਾ ਪ੍ਰਗਟ ਦਿਹਾੜਾ ਵੀ ਹੈ, ਉਸ ਦੇ ਸੰਬੰਧ ਵਿੱਚ ਵੀ ਆਪਾਂ ਕੁਝ ਕੁ ਵਿਚਾਰਾਂ ਕਰਨੀਆਂ ਹਨ, ਕਿਉਂਕਿ ਸਮਾਂ ਆਪਣੇ ਕੋਲੇ ਕੀਮਤੀ ਹੈ। ਜਿੰਨਾ ਕੁ ਵੀ ਹੋ ਸਕਦਾ ਹੈ ਆਪਾਂ ਇਸ ਨੂੰ ਨੇੜੇ ਕਰਨ ਦੀ ਕੋਸ਼ਿਸ਼ ਕਰਾਂਗੇ। ਕਹਿੰਦੇ ਹਨ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੈਸਾਖੀ 1699 ਨੂੰ ਪੱਤਰ ਭੇਜ ਕੇ, ਹੁਕਮਨਾਮੇ ਭੇਜ ਕੇ ਸੰਗਤਾਂ ਦਾ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਬਹੁਤ ਵੱਡਾ ਇਕੱਠ ਕੀਤਾ। ਸਾਰਿਆਂ ਨੂੰ ਸੱਦਾ ਪੱਤਰ ਇਹ ਦਿੱਤਾ ਗਿਆ ਕਿ ਭਾਈ ਜੋ ਵੈਸਾਖੀ ਵਾਲੇ ਦਿਨ ਸਤਿਗੁਰਾਂ ਦਾ ਹੁਕਮ ਹੈ ਕਿ ਵੱਧ ਤੋਂ ਵੱਧ ਸੰਗਤਾਂ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਣ। ਤਾਂ ਕਹਿੰਦੇ ਕਿ ਇਸੇ ਤਰ੍ਹਾਂ ਜੋ ਸਤਿਗੁਰਾਂ ਨੇ ਵਿਸਾਖੀ ਵਾਲਾ ਦਿਨ ਚੁਣਿਆ ਖਾਲਸੇ ਨੂੰ ਪ੍ਰਗਟ ਕਰਨ ਦਾ। ਸਤਿਗੁਰੂ ਵਿਸਾਖੀ ਵਾਲੇ ਦਿਨ ਦੀਵਾਨ ਸਜਿਆ, ਸਾਰੀ ਤਿਆਰੀ ਕਰਕੇ ਸ਼ਸਤਰ ਬਸਤਰ ਸਜਾ ਕੇ ਤਾਂ ਸਤਿਗੁਰੂ ਜਦੋਂ ਦੀਵਾਨ ਵਿੱਚ ਆਏ, ਆਸਾ ਦੀ ਵਾਰ ਦਾ ਕੀਰਤਨ ਹੋਇਆ, ਹੋਰ ਗੁਰਮਤਿ ਵਿਚਾਰਾਂ ਹੋਈਆਂ। ਤਾਂ ਸਤਿਗੁਰੂ ਕਹਿੰਦੇ ਆਪਣੇ ਆਸਣ ਤੋਂ ਵੀਰ ਰਸ ਦੇ ਵਿੱਚ ਉੱਠੇ, ਇੱਕਦਮ ਉੱਠ ਕੇ ਮਿਆਨ ਦੇ ਵਿੱਚੋਂ ਤੇਗ ਕੱਢ ਲਈ ਤੇ ਲਸ਼ਕਦੀ ਹੋਈ ਤੇਗ ਵੱਲ ਦੇਖ ਕੇ ਕਿਹਾ, ਕੋਈ ਹੈ ਗੁਰੂ ਦਾ ਸਿੱਖ ਜਿਹੜਾ ਆਪਣਾ ਸੀਸ ਸਾਨੂੰ ਭੇਟ ਕਰੇ। ਤਾਂ ਜਦੋਂ ਸਤਿਗੁਰਾਂ ਨੇ ਇਹ ਬਚਨ ਕਿਹਾ ਕਿ ਜਿਹੜਾ ਧਰਮ ਵਾਸਤੇ ਆਪਣਾ ਸੀਸ ਭੇਟਾ ਕਰੇ, ਕੋਈ ਹੈ ਐਸਾ ਸਿੱਖ। ਗੁਰੂ ਜੀ ਨੇ ਜਦੋਂ ਇਹਨਾਂ ਬਚਨ ਕਹੇ ਤਾਂ ਇਹਨਾਂ ਬਚਨਾਂ ਨੂੰ ਸੁਣ ਕੇ ਸਾਰੇ ਦੀਵਾਨ ਵਿੱਚ ਇੱਕਦਮ ਸਨਾਟਾ ਛਾ ਗਿਆ, ਸਾਰਿਆਂ ਦੀਆਂ ਨੀਵੀਆਂ ਪੈ ਗਈਆਂ। ਸਤਿਗੁਰੂ ਜੀ ਨੇ ਫਿਰ ਦੂਜੀ ਵਾਰ ਗਰਜ ਦੀ ਆਵਾਜ਼ ਵਿੱਚ ਫਿਰ ਕਿਹਾ, ਤਾਂ ਵੀ ਕੋਈ ਨਾ ਉੱਠਿਆ, ਸਾਰੇ ਨੀਵੀਆਂ ਪਾ ਕੇ ਬੈਠੇ ਰਹੇ। ਫਿਰ ਤੀਜੀ ਵਾਰ ਕਹਿਣ 'ਤੇ ਲਾਹੌਰ ਦੇ
ਰਹਿਣ ਵਾਲੇ ਕਹਿੰਦੇ ਭਾਈ ਦਇਆ ਰਾਮ ਜੀ ਖੜੇ ਹੋਏ ਅਤੇ ਅੱਗੇ ਵੱਧ ਕੇ ਕਿਹਾ ਕਿ ਸਤਿਗੁਰੂ ਮੇਰਾ ਸੀਸ ਹਾਜ਼ਰ ਹੈ। ਸਤਿਗੁਰਾਂ ਨੇ ਪੁੱਛਿਆ ਕਿ ਪਹਿਲਾਂ ਤੂੰ ਇਹ ਦੱਸ ਕਿ ਤੈਨੂੰ ਘਰ ਵਿੱਚ ਕੋਈ ਤਕਲੀਫ ਤਾਂ ਨਹੀਂ, ਤੂੰ ਆਪਣੀ ਖੁਸ਼ੀ ਨਾਲ ਸੀਸ ਭੇਟ ਕਰਦਾ ਹੈ, ਹਾਜ਼ਰ ਹੋਇਆ ਹੈ। ਤਾਂ ਭਾਈ ਦਇਆ ਰਾਮ ਜੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰੂ ਮੈਂ ਆਪਣੀ ਖੁਸ਼ੀ ਨਾਲ ਇਹ ਸੀਸ ਹਾਜ਼ਰ ਕਰਨ ਲੱਗਾ ਹਾਂ। ਤਾਂ ਕਹਿੰਦੇ ਕਲਗੀਧਰ ਪਾਤਸ਼ਾਹ ਜੀ ਭਾਈ ਦਇਆ ਰਾਮ ਜੀ ਨੂੰ ਤੰਬੂ ਵਿੱਚ ਲੈ ਗਏ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਸਤਿਗੁਰੂ ਸਾਹਿਬ ਜੀ ਨੇ ਆਪਣੀ ਦਇਆ ਰਾਮ ਜੀ ਦਾ ਜੋ ਆਪਣੀ ਤੇਗ ਦੇ ਨਾਲ ਸਿਰ ਕੱਟ ਦਿੱਤਾ, ਜਿਸ ਦਾ ਖੜਾਕ ਸੰਗਤਾਂ ਵਿੱਚ ਵੀ ਕਹਿੰਦੇ ਸੁਣਿਆ। ਤਾਂ ਇਸੇ ਤਰ੍ਹਾਂ ਹੀ ਜੋ ਸਤਿਗੁਰਾਂ ਨੇ ਭਾਈ ਦਇਆ ਰਾਮ ਜੀ ਦਾ ਸੀਸ ਕੱਟਣ ਉਪਰੰਤ ਤੰਬੂ ਤੋਂ ਬਾਹਰ ਆ ਕੇ ਦੂਸਰੇ ਸੀਸ ਦੀ ਮੰਗ ਕੀਤੀ। ਸਤਿਗੁਰੂ ਸਾਹਿਬ ਜੀ ਦੇ ਹੱਥ ਵਿੱਚ ਖੂਨ ਨਾਲ ਜੋ ਲਿਬੜੀ ਹੋਈ ਸ੍ਰੀ ਸਾਹਿਬ ਭਾਵ ਕਿ ਤੇਗ ਸੀ, ਲਸ਼ਕ ਰਹੀ ਸੀ, ਜਿਸ ਨੂੰ ਵੇਖ ਕੇ ਸਾਰੇ ਘਬਰਾ ਗਏ। ਗੁਰੂ ਸਾਹਿਬ ਜੀ ਨੇ ਦੁਬਾਰਾ ਫਿਰ ਉਹੀ ਬਚਨ ਕੀਤੇ, ਕੋਈ ਅਜਿਹਾ ਹੈ ਸਿੱਖ ਜੋ ਧਰਮ ਦੀ ਖਾਤਰ ਆਪਣਾ ਸੀਸ ਬਲੀਦਾਨ ਦੇਵੇ। ਇਹਨਾਂ ਬਚਨਾਂ ਨੂੰ ਸੁਣ ਕੇ ਕਹਿੰਦੇ ਭਾਈ ਦਇਆ ਰਾਮ ਜੀ ਨੇ ਆਪਣਾ ਸੀਸ ਹਾਜ਼ਰ ਕੀਤਾ। ਸਤਿਗੁਰਾਂ ਨੇ ਇਸ ਨਾਲ ਵੀ ਪਹਿਲੇ ਵਾਂਗ ਕੌਤ ਕੀਤਾ। ਤੀਜੀ ਵਾਰ ਕਹਿਣ 'ਤੇ ਭਾਈ ਹਿੰਮਤ ਦਾਸ ਜੀ ਨੇ ਆਪਣਾ ਸੀਸ ਭੇਟ ਕੀਤਾ। ਫਿਰ ਚੌਥੀ ਵਾਰ ਮੰਗ ਕਰਨ 'ਤੇ ਭਾਈ ਮੋਹਕਮ ਦਾਸ ਜੀ ਉੱਠ ਕੇ ਅੱਗੇ ਵਧੇ। ਸਤਿਗੁਰੂ ਸਾਹਿਬ ਜੀ ਨੇ ਇਸ ਨੂੰ ਵੀ ਤੰਬੂ ਵਿੱਚ ਲਿਜਾ ਕੇ ਇਸ ਦਾ ਸੀਸ ਧੜ ਨਾਲੋਂ ਵੱਖਰਾ ਕਰ ਦਿੱਤਾ ਅਤੇ ਬਾਹਰ ਆ ਕੇ ਫਿਰ ਉਹੀ ਸ਼ੇਰ ਵਾਂਗ ਗਰਜਵੀਂ ਆਵਾਜ਼ ਵਿੱਚ ਪੰਜਵੇਂ ਸਿਰ ਦੀ ਮੰਗ ਕੀਤੀ। ਤਾਂ ਭਾਈ ਸਾਹਿਬ ਦਾਸ ਜੀ ਨੇ ਆਪਣਾ ਸੀਸ ਗੁਰੂ ਚਰਨਾਂ ਵਿੱਚ ਹਾਜ਼ਰ ਕੀਤਾ। ਤਾਂ ਸਤਿਗੁਰਾਂ ਨੇ ਤੰਬੂ ਵਿੱਚ ਲਿਜਾ ਕੇ ਪਹਿਲੇ ਚੌਹਾਂ ਦੀ ਤਰ੍ਹਾਂ ਇਸ ਦਾ ਸਿਰ ਵੀ ਸੀਸ ਵੀ ਸਰੀਰ ਨਾਲੋਂ ਅਲੱਗ ਕਰ ਦਿੱਤਾ। ਫਿਰ ਆਪਣੀ ਆਤਮਿਕ ਸ਼ਕਤੀ ਦੇ ਨਾਲ ਪੰਜਾਂ ਨੂੰ ਸਰਜੀਤ ਕਰ ਦਿੱਤਾ। ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਇਹਨਾਂ ਪੰਜਾਂ ਨੂੰ ਛਕਾ ਕੇ ਖਾਲਸਾ ਪੰਥ ਦਾ ਜੋ ਨਾਮ ਦਿੱਤਾ। ਜੋ ਇਸ ਤਰ੍ਹਾਂ ਕਰਕੇ ਜੋ ਸਤਿਗੁਰਾਂ ਨੇ ਇਹਨਾਂ ਪੰਜਾਂ ਪਿਆਰਿਆਂ ਨੂੰ ਪ੍ਰਗਟ ਕੀਤਾ। ਸੋ ਹੁਣ ਆਪਾਂ ਕੁਝ ਕੁ ਵਿਚਾਰ ਕਰੀਏ ਕਿ ਪ੍ਰਗਟ ਤਾਂ ਜੋ ਸਿੱਖ ਹੈ ਗੁਰੂ ਨਾਨਕ ਦੇਵ ਮਹਾਰਾਜ ਵੇਲੇ ਤੋਂ ਸੀ, ਜਿਸ ਦੀ ਗਵਾਹੀ ਭਾਈ ਗੁਰਦਾਸ ਜੀ ਵੀ ਭਰਦੇ ਹਨ। ਗੁਰਬਾਣੀ ਦੇ ਵਿੱਚ ਵੀ ਸ਼ਬਦ ਸਤਿਗੁਰਾਂ ਦੇ ਹਨ ਕਿ ਸਿੱਖ ਦੀ ਸਾਜਨਾ ਤਾਂ ਗੁਰੂ ਨਾਨਕ ਦੇਵ ਮਹਾਰਾਜ ਵੇਲੇ ਹੋ ਗਈ ਸੀ, ਪਰ ਪ੍ਰਗਟ ਗੁਰੂ ਗੋਬਿੰਦ ਸਿੰਘ ਜੀ ਵੇਲੇ ਆ ਕੇ ਹੋਇਆ। ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ, ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਕਹਿੰਦੇ ਕਿ ਨਾਨਕ ਦੇ ਸਰੀਰ ਵਿੱਚ ਆਪ ਅਕਾਲ ਪੁਰਖ ਜੋਤ ਪ੍ਰਗਟ ਹੋਈ। ਇਹ ਪ੍ਰਗਟ ਹੋਣ ਦਾ ਸੰਕੇਤ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਦੇ ਸਰੀਰ ਤੋਂ ਸ਼ੁਰੂ ਹੋ ਚੁੱਕਾ ਸੀ। ਕਹਿੰਦੇ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਾਰਿਓ। ਆਪ ਉਹ ਅਕਾਲ ਪੁਰਖ ਨਰੈਣ ਆਪਣੀ ਕਲਾ ਵਰਤਾਉਣ ਵਾਸਤੇ ਗੁਰੂ ਨਾਨਕ ਦੇ ਰੂਪ ਵਿੱਚ ਇਸ ਜਗ ਦੇ ਵਿੱਚ ਪਰਿਵਰਤਨ ਹੋਏ, ਇਸ ਜਗ ਦੇ ਵਿੱਚ ਵਰਤ ਰਹੇ। ਨਿਰੰਕਾਰ ਆਕਾਰ ਜੋਤ, ਨਿਰੰਕਾਰ ਦੀ ਜੋਤ ਆਕਾਰ ਦੇ ਵਿੱਚ ਜੋ ਆਈ ਜਗ ਮੰਡਲ ਕਰਿਓ। ਥਾਪਿਆ ਲਹਿਣਾ ਜੀਵ ਦੇ ਗੁਰਿਆਈ ਦੇ ਸਿਰ ਛਤਰ ਫਰਾਇਆ। ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਜਿਉਂਦੇ ਜੀ ਆਪਣੇ ਸਰੀਰ ਦੇ ਵਿੱਚ ਰਹਿੰਦਿਆਂ ਹੋਇਆ ਲਹਿਣੇ ਨੂੰ ਜੋ ਆਪਣੀ ਆਤਮਿਕ ਜੋਤ ਉਸ ਦੇ ਸਰੀਰ ਵਿੱਚ ਧਰ ਦਿੱਤੀ ਅਤੇ ਅੰਗ ਲਾ ਕੇ ਉਸ ਨੂੰ ਗੁਰੂ ਅੰਗਦ ਬਣਾ ਦਿੱਤਾ। ਆਪਣੀ ਜੋਤ ਨੂੰ
ਭਾਈ ਲਹਿਣਾ ਦੇ ਸਰੀਰ ਵਿੱਚ ਪ੍ਰਗਟ ਕਰਕੇ ਗੁਰੂ ਅੰਗਦ ਬਣਾ ਦਿੱਤਾ। ਥਾਪਿਆ ਲਹਿਣਾ ਜੀਵ ਦੇ ਗੁਰਿਆਈ ਸਿਰ ਛਤਰ ਫਰਾਇਆ, ਜੋਤੀ ਜੋਤ ਮਲਾਇਕੈ ਸਤਿਗੁਰ ਨਾਨਕ ਰੂਪ ਵਟਾਇਆ। ਸਤਿਗੁਰੂ ਨੇ ਆਪਣਾ ਰੂਪ ਵਟਾ ਕੇ ਗੁਰ ਅੰਗਦ ਨਾਮ ਰੱਖ ਲਿਆ। ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ। ਸਤਿਗੁਰੂ ਗੁਰਬਾਣੀ ਦੇ ਵਿੱਚ ਵੀ ਫਰਮਾਨ ਕਰਦੇ ਹਨ ਕਿ ਉਹੀ ਜੋਤ ਹੈ, ਸਿਰਫ ਸਰੀਰ ਹੀ ਬਦਲਦਾ ਹੈ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰਧਾਰੀ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ। ਇਸ ਤਰ੍ਹਾਂ ਕਰਕੇ ਉਹੀ ਜੋਤ ਵਾਰੋ ਵਾਰ ਆਪਣਾ ਸਰੀਰ ਬਦਲਦੀ ਹੋਈ, ਜੋ ਸਰੀਰ ਬਦਲਦਾ ਸੀ ਜੋਤ ਉਹੀ ਸੀ, ਅੱਗੇ ਚੱਲਦੀ ਗਈ। 10ਵੇਂ ਪਾਤਸ਼ਾਹ ਤੱਕ ਇਹ ਜੋਤ ਜੋ ਪਹੁੰਚੀ ਤਾਂ ਕਹਿੰਦੇ ਹਨ ਕਿ ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ, ਗੁਰ ਗੋਬਿੰਦ ਸੂਰਾ। ਗੁਰੂ ਗੋਬਿੰਦ ਸਿੰਘ ਦੇ ਸਰੀਰ ਵਿੱਚ ਉਹ ਜੋਤ ਜਦੋਂ ਪ੍ਰਗਟ ਹੋਈ, ਕਹਿੰਦੇ ਖਾਲਸਾ ਅਪਾਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਕੇ ਭਾਈ ਫਿਰ ਪ੍ਰਗਟ ਹੋਏ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ, ਜੋ ਮਨੁੱਖੀ ਸਰੀਰ ਦੇ ਵਿੱਚ ਰਹਿੰਦਿਆਂ ਇਹ ਹੁਕਮ ਕੀਤਾ ਸੀ ਕਿ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਤਿਗੁਰਾਂ ਨੇ ਹੁਕਮ ਕੀਤਾ ਸੀ ਆਪਣੇ ਸਰੀਰ ਦੇ ਵਿੱਚ ਰਹਿੰਦਿਆਂ, ਪਰ ਪ੍ਰਗਟ ਜੋ ਖਾਲਸੇ ਦੇ ਰੂਪ ਵਿੱਚ ਹੋਏ। ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਸਾਹਿਬ ਦੀ ਧਰਤੀ ਤੇ ਰਹਿੰਦੇ ਹੋਏ ਸਾਨੂੰ ਕਿਹਦੇ ਲੜ ਲਾ ਕੇ ਗਏ, ਜੋ ਗੁਰੂ ਨਾਨਕ ਦੇਵ ਜੀ ਤੋਂ ਹੀ ਜੋਤ ਪ੍ਰਗਟ ਹੁੰਦੀ ਆ ਰਹੀ, ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਰੀਰਕ ਜਾਮੇ ਦੇ ਰੂਪ ਵਿੱਚ, ਬਾਣੇ ਦੇ ਰੂਪ ਵਿੱਚ ਖਾਲਸੇ ਦੇ ਸਰੀਰ ਵਿੱਚ ਸਥਾਪਿਤ ਕੀਤਾ। ਉਸ ਜੋਤ ਨੂੰ ਜੋ ਸਰੀਰਕ ਰੂਪ ਦੇ ਵਿੱਚ ਖਾਲਸੇ ਨੂੰ ਪ੍ਰਗਟ ਕੀਤਾ, ਉਸ ਦੇ ਸਰੀਰ ਵਿੱਚ ਸਥਾਪਿਤ ਕਰ ਦਿੱਤਾ ਕਿ ਭਾਈ ਅੱਜ ਤੋਂ ਬਾਣੇ ਦਾ ਧਾਰਨੀ ਹੋਵੇਂ, ਤੇਰੇ ਵਿੱਚੋਂ ਖਾਲਸਾ ਮੇਰੇ ਦਰਸ਼ਨ ਕਰੇਗਾ। ਔਰ ਬਾਣੇ ਦਾ ਧਾਰਨੀ ਖਾਲਸੇ ਨੂੰ ਬਣਾ ਦਿੱਤਾ, ਪ੍ਰਗਟ ਕਰ ਦਿੱਤਾ। ਜੋ ਆਤਮਿਕ ਜੋਤ ਸੀ, ਆਤਮਿਕ ਤੌਰ 'ਤੇ ਸ਼ਬਦ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਥਾਪਿਤ ਕਰ ਦਿੱਤੀ। ਜੋ ਆਤਮਿਕ ਜੋਤ ਸ਼ਬਦ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਔਰ ਜੋ ਸਰੀਰਕ ਰੂਪ ਦੇ ਵਿੱਚ ਖਾਲਸੇ ਵਿੱਚ ਜੋ ਜੋਤ ਸਥਾਪਿਤ ਕੀਤੀ, ਕਿਉਂਕਿ ਸਰੀਰ ਵੀ ਜ਼ਰੂਰੀ ਸੀ ਔਰ ਸ਼ਬਦ ਵੀ ਜ਼ਰੂਰੀ ਸੀ। ਇਸ ਕਰਕੇ ਦੋਵੇਂ ਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਜੋਤ ਰੂਪ ਵਿੱਚ ਦੇ ਕੇ ਗਏ। ਕਹਿੰਦੇ ਹਨ ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਜੋ ਚੀਜ਼ ਸ਼ਬਦ ਵਿੱਚੋਂ ਪ੍ਰਗਟ ਹੁੰਦੀ ਹੈ ਉਸ ਦਾ ਕੋਈ ਅੰਤ ਨਹੀਂ ਕਰ ਸਕਦਾ, ਉਸ ਦਾ ਅੰਤ ਨਹੀਂ ਹੁੰਦਾ, ਉਹ ਖਤਮ ਨਹੀਂ ਹੁੰਦੀ, ਉਸ ਨੂੰ ਕੋਈ ਖਤਮ ਨਹੀਂ ਕਰ ਸਕਦਾ। ਸ਼ਾਇਦ ਇਸੇ ਕਰਕੇ ਹੀ ਖਾਲਸੇ ਨੂੰ ਖਤਮ ਕਰਨ ਵਾਸਤੇ, ਸਿੱਖ ਨੂੰ ਖਤਮ ਕਰਨ ਵਾਸਤੇ ਬਹੁਤ ਸਰਕਾਰਾਂ ਨੇ, ਬਹੁਤ ਰਾਜਿਆਂ ਨੇ ਜ਼ੋਰ ਲਾਇਆ, ਪਰ ਖਾਲਸਾ ਖਤਮ ਨਹੀਂ ਹੋਇਆ। ਕਿਉਂ ਕਿ ਆਪ ਨਰੈਣ ਕਲਾਤਾਰ ਜਗ ਮਹਿ ਪਰਵਰਿਓ। ਉਹ ਆਪ ਅਕਾਲ ਪੁਰਖ ਦੀ ਜੋਤ, ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਆ, ਉਹ ਆਤਮਿਕ ਤੌਰ 'ਤੇ ਨਹੀਂ ਮਰਦਾ, ਸਰੀਰ ਤੌਰ 'ਤੇ ਭਾਵੇਂ ਮਰ ਸਕਦਾ ਹੈ। ਸਤਿਗੁਰੂ, ਕਿਉਂਕਿ ਗੁਰੂ ਗੋਬਿੰਦ ਸਿੰਘ 10 ਪਾਤਸ਼ਾਹੀਆਂ ਦੀ ਜੋਤ, ਭਗਤਾਂ ਮਹਾਂਪੁਰਖਾਂ ਦੀ ਬਾਣੀ ਜੋ ਸਾਨੂੰ ਜੀਵਨ ਦੀ ਸੇਧ ਦਿੰਦੀ ਹੈ, ਸਾਨੂੰ ਜਿਉਣ ਦਾ ਰਸਤਾ ਦੱਸਦੀ ਹੈ। ਇਸੇ ਕਰਕੇ ਹੀ ਜੋ ਸਿੱਖ ਗੁਰਬਾਣੀ ਦੇ ਨਾਲ ਜੁੜਦਾ ਹੈ, ਗੁਰਬਾਣੀ ਨੂੰ ਪੜ੍ਹਦਾ ਹੈ, ਸਮਝਦਾ ਹੈ, ਉਹ ਅੰਦਰੋਂ ਕਮਜ਼ੋਰ ਨਹੀਂ ਹੁੰਦਾ, ਸਰੀਰਕ ਤੌਰ 'ਤੇ ਭਾਵੇਂ ਕਮਜ਼ੋਰ ਹੋ ਜਾਵੇ। ਖੈਰ, ਕਹਿੰਦੇ ਹਨ ਕਿ ਜੋ ਸ਼ਬਦ ਰੂਪ ਹੈ, ਜੋ ਸ਼ਬਦ ਰੂਪ ਕਦੇ ਵੀ ਖਤਮ ਨਹੀਂ ਹੁੰਦਾ। ਇਸੇ ਕਰਕੇ ਕਿਹਾ ਜਾਂਦਾ ਕਿ ਭਾਈ ਜੋ ਚੀਜ਼ ਪ੍ਰਗਟ ਹੁੰਦੀ ਹੈ ਉਹ ਖਤਮ ਨਹੀਂ ਹੁੰਦੀ। ਪਰ ਸੰਗਤਾਂ ਨੇ ਇਹ ਕਦੇ ਨਹੀਂ ਸੁਣਿਆ ਹੋਵੇਗਾ ਦੁਨੀਆ ਦੇ ਇਤਿਹਾਸ ਵਿੱਚ
कि किसी गुरु पीर रहबर ने अपने मत भाव के अपने चेले नूं अपने जिउंदे जी अपने बराबर का दर्जा दे के उस नूं गुरु कह के मत्था टेकिया होवे। ये कदे भी नहीं किसी ने सुनिया होवेगा, दुनिया के इतिहास दे विच किते भी नहीं है कि किसी गुरु पीर ने किसी रहबर ने अपने जिउंदे जी शरीर विच रहिंदियां होइयां, बाद विच तां भावें जिन्ने मरजू गुरु बन जाण, पर जिउंदे जी किसी ने ਉਹਨੂੰ अपनी गद्दी ते बिठा के अपने चेले ਨੂੰ कदे मत्था नहीं टेकिया, उस ਨੂੰ अपने बराबर का दर्जा नहीं दिता। पर यह पहली वार सिख इतिहास विच होया कि गुरु नानक देव जी महाराज ने भाई लहणे ਨੂੰ अंग लगा के गुरु अंगद देव बना दिता और उस दे शरीर विच अपनी जोत टका के गुरु कह के आप मत्था टेकिया। इतिहास सिख इतिहास विच होया है, होर किसी ने ऐसा नहीं किया। सतगुरु भाई गुरदास जी भी लिखते हैं, थाप्या लहणा जीव दे गुरियाई सिर छत्र फराया। धन गुरु नानक देव महाराज ने जिउंदे जी अपने शरीर विच रहिंदिया होया ही गुरु अंगद देव महाराज विच अपनी जोत धर के उस नूं अपनी गद्दी ते बिठा दिता। उस तरह ही ये जोत 10वें जामे विच गुरु गोबिंद सिंह जी कोल आई ते 10वें गुरु जी ने वो जोत सरीरक रूप विच खालसे विच स्थापित की। आत्मक जोत शब्द रूप विच गुरु ग्रंथ साहिब जी विच स्थापित कर दी। खालसे नूं प्रगट करके ये बचन कहे, खालसा मेरो सज्जन सूरा, खालसा मेरो सतगुर पूरा। खालसा पंथ नूं अपना रहबर मान लिया। आप सतगुरु गुरु ग्रंथ साहिब जी नूं शब्द रूप आत्मक रूप जो प्रगट की उसनूं मत्था टेकिया। इस तो पहला कदे किसी ने ऐसा नहीं सुनिया होवेगा कि किसी गुरु पीर ने अपने जिउंदे जी किसी नूं गुरु थाप के अपनी गद्दी ते बिठाया होवे। ये सिर्फ सिख इतिहास विच ही है। कहंदे हन गुरु सिख सिख गुरु है, एको गुर उपदेश चलाए, राम नाम अंत हिरदे देवै, नानक मिलन सुभाई। सिख ही गुरु है तो गुरु ही सिख है जेकर गुरु के बचनों ते चलदा होवे। सतगुरु कहंदे आपे गुर चेला है आपे, आपे गुणी निधाना, जो बिलावल राग दे विच आउंदा है, गुरु ग्रंथ साहिब जी विच दर्ज है। धनासरी राग विच जो बचन है, आपे गुर चेला है आपे, आपे हर प्रभ चोज उडाणी। आपे ही परमेश्वर गुरु बन के आउंदा है, आपे ही सिख बनता है तो आपे ही अपने चोज करता है तो वेखदा है। तू आपे गुर चेला है आपे, गुर विच दे तुझे ध्याई। गुरु ग्रंथ साहिब जी के राही गुरसिखां दे नाल मिल के असीं गुरबाणी गाउंदे हां, गुरबाणी नूं विचारदे हां, पढ़दे हां, पर मिलाप अकाल पुरख नाल हो जाता है। गुर विच दी तुझे ध्याई के अकाल पुरख तेरे बनाए हुए शब्द रूप आत्मक रूप दे विच दी असीं तैनूं त्याउंदे हां, तेरे नाल मिलाप हुंदा है। इस तरह ही अमृत छकण वाले प्राणी नूं पंजां प्यारिਆਂ ਵੱਲੋਂ गुरु मंत्र नितनेम ते रहत मर्यादा ਨੂੰ दृढ़ करवाया जाता है। जे धार्मिक ਸਾਹਿਤ ਨੂੰ पढ़िया जाए तो ਕਹਿੰਦੇ ਹਨ कि कई तरह के गुरु नज़र आउंदे ਹਨ। हिंदुस्तान की धरती ते वेदां की रचना, सिमरतियां की रचना, शास्त्रां की रचना, उपदिष्टां की रचना ते कई तरह के प्राणां की रचना भी कहते हुई। इन्हां नूं पढ़द्या विचारद्या कहते जदों गुरु वाल नज़र जाती है तो इंज लगता है कि गुरुआं दियां भी कई श्रेणियां हैं जो नज़र आउंदियां। कहते इन्हां विच प्रमुख रूप विच कहते गुरु ਉਹ ਜਿਨ੍ਹਾਂ ਨੂੰ ਕਹਿੰਦੇ ਭਰਿੰਗੀ ਗੁਰੂ ਕਹਿੰਦੇ ਆ। ਕਹਿੰਦੇ ਭਰਿੰਗੀ ਗੁਰੂ ਕਿਹੜੇ ਹਨ? ਉਹ ਜੋ ਕਿਸੇ ਖਾਸ ਜਾਤੀ ਦੇ ਕਿਸੇ ਖਾਸ ਆਪਣੇ ਨੂੰ ਤਾਂ ਜਾਂ ਕਿਸੇ ਖਾਸ ਗੋਤ ਦੇ ਵਿਅਕਤੀ ਨੂੰ ਉਹ ਆਪਣਾ ਚੇਲਾ ਤਾਂ ਬਣਾ ਸਕਦੇ ਆ ਜਾਂ ਆਪਣਾ ਜਾਨ ਨਸ਼ੀਨ ਬਣਾ ਸਕਦੇ, ਪਰ ਕਿਸੇ ਤੇ ਉਹ ਦਇਆ ਵੀ ਨਹੀਂ ਕਰਦੇ। ਜਿਹੜੇ ਭਰਿੰਗੀ ਗੁਰੂ ਖਵਾਉਂਦੇ ਕਹਿੰਦੇ ਉਹ ਕਿਸੇ ਤੇ ਦਇਆ ਨਹੀਂ ਕਰਦੇ, ਆਪਣੇ ਖਾਸ ਨੂੰ ਤਾਂ ਕੋਈ ਉਹ ਚੇਲਾ ਬਣਾ ਸਕਦੇ ਆ पर किसी ਨੂੰ नहीं।
ਇਸੇ ਤਰ੍ਹਾਂ ਹੀ ਕਹਿੰਦੇ ਕਿ ਮਰਜ਼ਾਦਾ ਪੁਰਸ਼ੋਤਮ ਭਗਵਾਨ ਰਾਮ ਦਾ ਦਰਬਾਰ ਲੱਗਿਆ। ਉੱਥੇ ਇੱਕ ਬ੍ਰਾਹਮਣ ਪ੍ਰੇਮੀ ਜੋ ਪੇਸ਼ ਹੋਇਆ, ਜਿਸ ਕੋਲ ਗੋਦ ਵਿੱਚ ਉਸ ਦੇ ਛੋਟੇ ਜਿਹੇ ਬੱਚੇ ਦੀ ਲਾਸ਼ ਸੀ। ਉਸਨੇ ਆ ਕੇ ਕਿਹਾ ਕਿ ਹੇ ਭਗਵਾਨ ਰਾਮ ਜੀ, ਤੁਸੀਂ ਤਾਂ ਕਿਹਾ ਸੀ ਕਿ ਮੇਰੇ ਰਾਜ ਵਿੱਚ ਪਿਤਾ ਦੇ ਹੁੰਦਿਆਂ ਬੱਚੇ ਦੀ ਮੌਤ ਨਹੀਂ ਹੋਵੇਗੀ, ਪਰ ਇਹ ਕਿਵੇਂ ਹੋ ਗਿਆ? ਤਾਂ ਉਸਨੇ ਸੋਚਿਆ ਕਿ ਕਿਹਾ ਤਾਂ ਮੈਂ ਸੀ, ਪਰ ਇਹ ਹੋ ਕਿਵੇਂ ਹੋ ਗਿਆ? ਪਰ ਉਸਨੇ ਆਪਣੇ ਕੁਲ ਗੁਰੂ ਵਸ਼ਿਸ਼ਟ ਜੀ ਨੂੰ ਸੱਦਿਆ ਅਤੇ ਬੁਲਾ ਕੇ ਪੁੱਛਿਆ ਕਿ ਗੁਰੂ ਜੀ, ਕੀ ਕਾਰਨ ਹੈ ਕਿ ਮੇਰੇ ਜੀਂਦੇ ਜੀ ਮੇਰੇ ਰਾਜ ਵਿੱਚ ਪਿਤਾ ਦੇ ਹੁੰਦਿਆਂ ਇੱਕ ਪੁੱਤਰ ਦੀ ਮੌਤ ਹੋ ਗਈ? ਤਾਂ ਵਸ਼ਿਸ਼ਟ ਜੀ ਨੇ ਕਿਹਾ ਕਿ ਹੇ ਰਾਮ, ਤੇਰੇ ਰਾਜ ਵਿੱਚ ਜ਼ਰੂਰ ਕੋਈ ਨੀਵੀਂ ਜਾਤੀ ਦਾ, ਜਿਸ ਨੂੰ ਸ਼ੂਦਰ ਕਹਿੰਦੇ ਹਨ, ਕਹਿੰਦੇ ਭਗਤੀ ਕਰਦਾ ਹੋਵੇਗਾ, ਤਾਂ ਇਸ ਦੇ ਬੱਚੇ ਦੀ ਮੌਤ ਹੋ ਗਈ। ਕਹਿੰਦੇ ਰਾਮ ਜੀ ਨੇ ਵਸ਼ਿਸ਼ਟ ਦੇ ਬਚਨ ਮੰਨੇ, ਤਲਵਾਰ ਚੱਕ ਕੇ ਤੁਰ ਪਿਆ। ਜੰਗਲਾਂ ਵਿੱਚ ਲੱਭਦੇ ਆਖਰਕਾਰ ਉਸ ਨੂੰ ਪਤਾ ਲੱਗਾ ਕਿ ਇੱਕ ਥਾਂ ਜੋ ਨੀਵੀਂ ਜਾਤੀ ਦਾ ਵਿਅਕਤੀ ਹੈ ਉਹ ਭਗਤੀ ਕਰਦਾ, ਜਿਸ ਦਾ ਨਾਂ ਸੀ ਸ਼ੁੰਭਕ ਰਿਸ਼ੀ ਕਹਿੰਦੇ ਉਸ ਨੂੰ। ਉਸ ਦਾ ਜਾ ਕੇ ਸਿਰ ਕੱਟ ਦਿੱਤਾ। ਉਸ ਦਾ ਸਿਰ ਕੱਟਿਆ ਕਿਉਂ? ਉਹਦਾ ਦੋਸ਼ ਕੀ? ਉਹਦੀ ਗਲਤੀ ਕੀ? ਉਹਦਾ ਕਸੂਰ ਕੀ ਕਿ ਉਹ ਭਗਤੀ ਕਰਦਾ? ਜਿਵੇਂ ਆਪਾਂ ਪਹਿਲਾਂ ਵਚਨ ਕੀਤਾ, ਵਿਚਾਰ ਕੀਤੀ ਕਿ ਭ੍ਰਿੰਗੀ ਗੁਰੂ ਜਿਨ੍ਹਾਂ ਨੂੰ ਕਹਿੰਦੇ ਹਨ, ਉਹ ਕਿਸੇ ਖਾਸ ਨੂੰ ਤਾਂ ਆਪਣਾ ਚੇਲਾ ਬਣਾ ਲੈਂਦੇ, ਪਰ ਕਿਸੇ ਹੋਰ ਨੂੰ ਨਹੀਂ। ਇਸੇ ਤਰ੍ਹਾਂ ਹੀ ਕਹਿੰਦੇ ਵਿਸ਼ੇਸ਼ ਦੇ ਵਚਨ ਮੰਨ ਕੇ ਰਾਮ ਜੀ ਨੇ ਉਸ ਸ਼ੁੰਭਕ ਰਿਸ਼ੀ ਦਾ ਸਿਰ ਕੱਟ ਦਿੱਤਾ, ਕਿਉਂਕਿ ਉਹ ਭਗਤੀ ਕਰਦਾ ਹੈ ਨੀਵੀਂ ਜਾਤ ਦਾ। ਕੁਝ ਐਸੇ ਗੁਰੂ ਵੀ ਹਨ ਜਿਨ੍ਹਾਂ ਨੂੰ ਚੰਦਨ ਗੁਰੂ ਕਹਿੰਦੇ, ਜੋ ਕਿਸੇ ਦੂਜੇ ਨੂੰ ਤਾਂ ਆਪਣੀ ਸੁਗੰਧੀ ਦੇ ਸਕਦੇ ਹਨ, ਪਰ ਆਪਣੇ ਕਿਸੇ ਨੇੜੇ ਖੜੇ ਨੂੰ ਸੁਗੰਧੀ ਨਹੀਂ ਦਿੰਦਾ, ਕਿਉਂਕਿ ਉੱਚਾ ਹੁੰਦਾ ਹੈ। ਜਾਂ ਕਿਸੇ ਬੁਰੇ ਨੂੰ ਉਹ ਆਪਣੇ ਵਰਗਾ ਨਹੀਂ ਬਣਾ ਸਕਦਾ, ਜਿਨ੍ਹਾਂ ਨੂੰ ਚੰਦਨ ਗੁਰੂ ਕਿਹਾ ਜਾਂਦਾ ਹੈ। ਜਿਵੇਂ ਕਬੀਰ ਜੀ ਦਾ ਬਚਨ ਵੀ ਆਉਂਦਾ ਹੈ, ਕਬੀਰ ਬਾਂਸ ਵਡਾਈ ਬੂਡਿਆ ਓ ਮਤ ਡੂਬੋ ਕੋਏ, ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਕਹਿੰਦੇ ਬਾਂਸ ਆਪਣੇ ਆਕੜ ਦੇ ਵਿੱਚ, ਆਪਣੀ ਹਉਮੈ ਦੇ ਵਿੱਚ ਹੁੰਦਾ ਹੈ, ਉਹ ਆਪਣੀ ਸੁਗੰਧੀ ਛੱਡਦਾ, ਉਹਦੀ ਸੁਗੰਧੀ ਨਹੀਂ ਲੈਂਦਾ। ਅਤੇ ਚੰਦਨ ਵਿੱਚ ਵੀ ਇੰਨੀ ਤਾਕਤ ਨਹੀਂ ਕਿ ਉਹ ਬਾਂਸ ਨੂੰ ਆਪਣੀ ਸੁਗੰਧੀ ਦੇ ਸਕੇ। ਤਾਂ ਕਬੀਰ ਜੀ ਨੇ ਕਿਹਾ, ਭਾਈ ਕਿਸੇ ਦੀ ਜੇ ਸੁਗੰਧੀ ਮਿਲਦੀ ਹੈ, ਚੰਗੀ ਮੱਤ ਮਿਲਦੀ ਹੈ, ਤਾਂ ਉਸ ਨੂੰ ਲੈ ਲੈ। ਬਾਂਸ ਵਾਂਗੂ ਆਕੜਿਆ ਨਾ ਰਵੀਂ, ਆਪਣੀ ਹਉਮੈ ਵਿੱਚ ਨਾ ਰਵੀਂ। ਕਹਿੰਦੇ ਕਿ ਚੰਦਨ ਦੇ ਨੇੜੇ ਖੜੇ ਬਾਂਸ ਦੇ ਬੂਟੇ ਨੂੰ ਵੀ ਚੰਦਨ ਸੁਗੰਧੀ ਨਹੀਂ ਦੇ ਸਕਦਾ, ਉਸ ਤਰ੍ਹਾਂ ਚੰਦਨ ਗੁਰੂ ਕਿਸੇ ਖਾਸ ਨੂੰ ਆਪਣੇ ਵਰਗਾ ਬਣਾ ਸਕਦੇ, ਪਰ ਕਿਸੇ ਹੋਰ ਨੂੰ ਨਹੀਂ। ਕਿਸੇ ਖਾਸ ਨੂੰ ਤਾਂ ਆਪਣੇ ਨੇੜੇ ਕਰ ਸਕਦਾ, ਚੇਲਾ ਬਣਾ ਸਕਦੇ, ਪਰ ਕਿਸੇ ਹੋਰ ਨੂੰ ਨਹੀਂ। ਪਰ ਆਪਣੇ ਜਿਉਂਦੇ ਜੀ ਗੱਦੀ ਉਹ ਆਪਣੇ ਚੇਲੇ ਨੂੰ ਵੀ ਨਹੀਂ ਦਿੰਦੀ। ਸਾਰਿਆਂ ਤੋਂ ਵੱਖਰੀ ਇੱਕ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਕਿ ਉਹ ਸੱਜਣ ਠੱਗ ਨੂੰ ਸੱਜਣ ਬਣਾ ਦਿੰਦਾ ਹੈ। ਜਦ ਗੁਰੂ ਨਾਨਕ ਦੇਵ ਜੀ ਸੱਜਣ ਕੋਲ ਜਾਂਦੇ ਹਨ ਤਾਂ ਕਹਿੰਦੇ ਹਨ ਕਿ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ। ਸਤਿਗੁਰੂ ਜੀ ਨੇ ਸੱਜਣ ਨੂੰ ਸਿਰਫ ਉਹਦੇ ਨਾਮ ਦੀ ਵਿਆਖਿਆ ਕਰਕੇ ਸਮਝਾਈ ਕਿ ਇਹ ਸੱਜਣਾ, ਸੱਜਣ ਦਾ ਫਰਜ਼ ਤਾਂ ਹੁੰਦਾ ਹੈ, ਸੱਜਣ ਉਹ ਹੁੰਦਾ ਹੈ ਜਿਹੜਾ ਸਾਥ ਨਾ ਛੱਡੇ, ਔਖੀ ਵੇਲੇ ਕੰਮ ਆਵੇ, ਔਖ ਦੇ ਵੇਲੇ ਕੰਮ ਆਵੇ। ਪਰ ਤੂੰ ਤਾਂ ਲੋਕਾਂ ਨੂੰ ਆਪਣੇ ਘਰ ਬੁਲਾ ਕੇ ਲੁੱਟਦਾ ਹੈ, ਤੂੰ ਸੱਜਣ ਨਹੀਂ ਹੋ ਸਕਦਾ। ਤੇਰਾ ਨਾਮ ਜ਼ਰੂਰ ਸੱਜਣ ਹੈ, ਪਰ ਸੱਜਣਾ ਵੇਲੇ ਕੰਮ ਨਹੀਂ ਤੇਰੇ। ਸੱਜਣ ਦੇ ਜਦੋਂ ਅਰਥ ਸਮਝਾਏ ਸਤਿਗੁਰੂ ਪਾਤਸ਼ਾਹ ਨੇ, ਤਾਂ ਸੱਜਣ ਠੱਗ ਤੋਂ ਉਹ ਸੱਜਣ ਬਣ ਗਿਆ। ਇਸ ਤਰ੍ਹਾਂ ਕਰਕੇ ਕਹਿੰਦੇ ਹਨ ਕਿ ਇੱਕ ਕਹਿੰਦੇ ਨੇ ਪਾਰਸ ਗੁਰੂ, ਜੋ ਪਾਰਸ ਲੋਹੇ ਨੂੰ ਤਾਂ ਕੰਚਨ ਕਰ ਸਕਦਾ, ਸੋਹਣਾ ਬਣਾ ਸਕਦਾ, ਪਰ ਪਾਰਸ ਦੂਜਾ ਪਾਰਸ ਨਹੀਂ ਤਿਆਰ ਕਰ ਸਕਦਾ। ਸੋ ਬਾਲਾ ਵਿਸਥਾਰ ਆਪਾਂ ਨਾ ਦਈਏ, ਸਮਾਂ ਬਹੁਤ ਹੁੰਦਾ ਜਾਂਦਾ ਹੈ। ਕਹਿੰਦੇ ਕਿ ਇਸੇ ਤਰ੍ਹਾਂ ਭਾਈ ਜੋ ਇਹ ਗੁਰੂਆਂ ਦੀਆਂ ਸ਼੍ਰੇਣੀਆਂ ਹਨ, ਪਰ ਜੋ ਸਭ ਤੋਂ ਬੇਸਟ ਸ਼੍ਰੇਣੀ, ਸਭ ਤੋਂ ਵਧੀਆ ਸ਼੍ਰੇਣੀ ਹੈ, ਕਹਿੰਦੇ ਹਨ ਉਹ ਹੈ
ਗੁਰੂ ਨਾਨਕ ਦੇ ਘਰ ਦੀ, ਗੁਰੂ ਨਾਨਕ ਦੀ ਗੱਦੀ। ਕਹਿੰਦੇ ਹਨ ਇਸ ਤੋਂ ਅੱਗੇ ਆ ਜਾਂਦੇ ਹਨ ਦੀਪਕ ਗੁਰੂ। ਜੋ ਦੀਪਕ ਗੁਰੂ ਹਨ ਇਹ ਹੈ ਗੁਰੂ ਨਾਨਕ ਦੇ ਘਰ ਦੀ ਵਡਿਆਈ। ਜਦੋਂ ਇੱਕ ਦੀਪਕ ਦੂਜੇ ਦੀਪਕ ਨੂੰ ਜਗਾ ਕੇ ਆਪਣੇ ਬਰਾਬਰ ਕਰ ਜਾਂਦਾ ਹੈ। ਜਦੋਂ ਦੋ ਦੀਪਕ ਬਲਦੇ ਹੋਣ, ਜਗਦੇ ਹੋਣ, ਤਾਂ ਉਹਨਾਂ ਵਿੱਚ ਕੋਈ ਫਰਕ ਨਹੀਂ ਹੁੰਦਾ। ਦੋਵਾਂ ਦੀ ਰੋਸ਼ਨੀ ਮਿਲ ਕੇ ਸਗੋਂ ਜ਼ਿਆਦਾ ਰੋਸ਼ਨੀ ਕਰ ਜਾਂਦੀ ਹੈ। ਇਹ ਹੈ ਗੁਰੂ ਨਾਨਕ ਦੇ ਘਰ ਦੀ ਵਡਿਆਈ, ਜਿਸ ਨੂੰ ਦੀਪਕ ਗੁਰੂ ਕਿਹਾ ਜਾਂਦਾ ਹੈ। ਕਹਿੰਦੇ ਹਨ ਕਿ ਇਹਨਾਂ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ, ਸਗੋਂ ਦੁੱਗਣੀ ਰੋਸ਼ਨੀ ਕਰਦੇ ਹਨ। ਤਾਂ ਹੀ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੋ ਜਾਨ ਕੀ ਜਾਨ, ਹਉ ਖਾਲਸੇ ਕਾ, ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇਰੋ। ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਅੱਜ ਤੋਂ ਖਾਲਸੇ ਰੂਪ ਵਿੱਚ ਸਾਡਾ ਸਰੀਰਕ ਜੋਤ ਹੈ, ਜੋ ਆਤਮਿਕ ਜੋਤ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ। ਜਿਸ ਨੇ ਦਰਸ਼ਨ ਕਰਨੇ ਹਨ ਉਹ ਖਾਲਸੇ ਦੇ ਵਿੱਚੋਂ ਸਾਡੇ ਦਰਸ਼ਨ ਦੀਦਾਰ ਕਰ ਸਕਦਾ ਹੈ, ਪਰ ਉਹ ਰਹਿਣੀ ਦੇ ਵਿੱਚ ਪੂਰਾ ਹੋਵੇ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਸਤਿਗੁਰੂ ਕਹਿੰਦੇ ਮੈਂ ਉਹਦਾ ਸੇਵਕ ਹਾਂ ਜਿਹੜਾ ਰਹਿਣੀ ਦੇ ਵਿੱਚ ਪੂਰਾ ਹੋਵੇ, ਪਰ ਉਹ ਮੇਰਾ ਸਾਹਿਬ ਹੈ, ਉਹ ਮੇਰਾ ਗੁਰੂ ਹੈ। ਇਸ ਤਰ੍ਹਾਂ ਕਰਕੇ ਸਤਿਗੁਰੂ ਨੇ ਜੋ 1699 ਵਿਸਾਖੀ ਵਾਲੇ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਖਾਲਸੇ ਨੂੰ ਪ੍ਰਗਟ ਕੀਤਾ, ਪਰ ਸਿੱਖ ਸਾਜਿਆ ਤਾਂ ਗੁਰੂ ਨਾਨਕ ਦੇਵ ਮਹਾਰਾਜ ਵੇਲੇ ਤੋਂ ਸੀ। ਜੋ ਪ੍ਰਗਟ ਕੀਤਾ, ਸ਼ਸਤਰਧਾਰੀ ਬਣਾਇਆ, ਸ਼ਸਤਰਾਂ ਨੂੰ ਪਹਿਨਣ ਦੀ ਸਰੋਤ ਜੋ ਸਿੱਖਿਆ ਜੋ ਗੁਰੂ ਗੋਬਿੰਦ ਸਿੰਘ ਜੀ ਤੋਂ ਮਿਲਦੀ ਹੈ। ਸੋ ਇਸੇ ਤਰ੍ਹਾਂ ਹੀ ਕਰਕੇ ਕਹਿੰਦੇ ਹਨ ਕਿ ਹਉ ਖਾਲਸੇ ਕੋ, ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇਰੋ। ਕਿ ਭਾਈ ਜਿਵੇਂ ਸਾਗਰ ਦੇ ਵਿੱਚ ਬੂੰਦ ਪਾਣੀ ਦੀ ਪੈ ਕੇ ਉਹ ਸਾਗਰ ਦਾ ਸਰੂਪ ਹੋ ਜਾਂਦੀ, ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਖਾਲਸਾ ਰਹਿਣੀ ਦੇ ਵਿੱਚ ਰਹਿ ਕੇ ਜੋ ਮੇਰੇ ਵਿੱਚ ਲੀਨ ਹੋ ਸਕਦਾ ਹੈ, ਮੇਰਾ ਰੂਪ ਬਣ ਸਕਦਾ ਹੈ, ਮੇਰੇ ਵਰਗਾ ਬਣ ਸਕਦਾ ਹੈ। ਸੋ ਇਸ ਤਰ੍ਹਾਂ ਕਰਕੇ ਸਤਿਗੁਰੂ ਨੇ ਅੱਜ ਦੇ ਦਿਨ ਜੋ ਖਾਲਸੇ ਨੂੰ ਪ੍ਰਗਟ ਕੀਤਾ, ਖਾਲਸਾ ਮੇਰੋ ਰੂਪ ਹੈ ਖਾਲਸੇ ਮੈਂ ਹਉ ਕਰੂੰ ਨਿਵਾਸ। ਇਸ ਤਰ੍ਹਾਂ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਉਹ ਪਰ ਰਹਿਣੀ ਦੇ ਵਿੱਚ ਪੂਰਾ ਹੋਵੇ। ਸੋ ਇਹ ਸੀ ਕੁਝ ਕੁ ਵਿਚਾਰਾਂ ਜੋ ਆਪਾਂ ਰਲ ਮਿਲ ਕੇ ਜਿਨ੍ਹਾਂ ਦੀ ਸਾਂਝ ਪਾਈ ਖਾਲਸੇ ਦੇ ਪ੍ਰਗਟ ਦਿਹਾੜੇ ਦੇ ਸੰਬੰਧ ਵਿੱਚ, ਵਿਸਾਖੀ ਦੇ ਸੰਬੰਧ ਵਿੱਚ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਨੂੰ ਸਤਿਗੁਰੂ ਅਤੇ ਸਤਿਗੁਰੂ ਕੀ ਸੰਗਤ ਬਖਸ਼ਣਯੋਗ ਹੁੰਦੀ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰੂ ਸਮੱਤ ਬਖਸ਼ਣ। ਸੋ ਸਤਿਗੁਰ ਕਿਰਪਾ ਕਰਕੇ ਸੇਵਾ ਲੈਂਦੇ ਰਹਿਣ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਜੀਓ ਆਇਆ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।